ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਔਰ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਤੋਂ ਕਰਾਂਗੇ। ਕਰਤਾਰਪੁਰ ਸਾਹਿਬ ਤੋਂ ਪਰਤ ਕੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਬਿਆਨ ਦਿੱਤੇ ਗਏ ਨੇ। ਦੱਸਦੀ ਹੈ ਕਿ ਅੱਜ ਉਹਨਾਂ ਦੇ ਵੱਲੋਂ ਉੱਥੇ ਪਹੁੰਚਿਆ ਗਿਆ ਸੀ, ਨਤਮਸਤਕ ਹੋਣ ਪਹੁੰਚੇ ਸਨ, ਜਿਸ ਤੋਂ ਬਾਅਦ ਪਰਤ ਕੇ ਡੇਰਾ ਬਾਬਾ ਨਾਨਕ ਤੋਂ ਪ੍ਰੈਸ ਦੇ ਨਾਲ ਗੱਲਬਾਤ ਕੀਤੀ ਹੈ। ਲਾਂਘਾ ਖੋਲ੍ਹਣ ਦੇ ਲਈ ਉਹਨਾਂ ਕਿਹਾ ਕਿ ਦੋਹਾਂ ਸਰਕਾਰਾਂ ਦਾ ਸ਼ੁਕਰਾਨਾ ਹੈ। ਭਾਰਤ ਅਤੇ ਪਾਕ ਸਰਕਾਰਾਂ ਦਾ ਧੰਨਵਾਦ ਕੀਤਾ ਹੈ ਨਵਜੋਤ ਸਿੰਘ ਸਿੱਧੂ ਨੇ। पर पीएम ਅਤੇ इमरान खान ने ਵੱਡਾ ਕੰਮ ਕੀਤਾ ਵੀ ਕਹਿੰਦੇ ਹੋਏ ਨਜ਼ਰ ਆਏ। ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਸਾਡੇ ਪ੍ਰਾइम मिनिस्टर साहब नरेंद्र मोदी जी और उधरले पासे इमरान खान साहब, ये दोवां दे एफर्ट्स दे नाल अज फिर 12 करोड़ नानक नाम लेवा ਉੱਥੇ ਜਾ ਕੇ ਮੱਥਾ ਲਾ ਕੇ 21 ਪੁਸ਼ਤਾਂ ਤਰਦੀਆਂ ਨੇ। ਇੱਕ ਸਕਾਰਾਤਮਕ ਊਰਜਾ ਆਪਣੇ ਚਾਨਣ ਮਨਾਰੇ ਤੋਂ ਸੇਧ ਲੈ ਕੇ ਆਉਂਦੇ ਆ ਔਰ ਸੇਧ ਆਪਸੀ ਭਾਈਚਾਰੇ ਦੀ ਹੈ, ਅਮਨ ਅਮਾਨ ਦੀ ਹੈ। ਮੈਂ ਪਿਛਲੀ ਵਾਰ ਵੀ ਜਦੋਂ ਗਿਆ ਸੀ, ਲੋਕ ਛੋਟੀਆਂ ਜੀਆਂ ਗੱਲਾਂ ਚੱਕ ਲੈਂਦੇ ਆ, ਛੱਪੜਾਂ ਦੀਆਂ ਗੱਲਾਂ ਕਰਦੇ ਆ, ਟੋਬਿਆਂ ਦੀਆਂ ਗੱਲਾਂ ਕਰਦੇ ਆ, ਖੂਹਾਂ ਦੀਆਂ ਗੱਲਾਂ ਕਰਦੇ, ਸਮੁੰਦਰ ਦੀ ਗੱਲ ਨਹੀਂ ਕਰਦੇ। ਮੈਂ ਸਮੁੰਦਰ ਦੀ ਗੱਲ ਕਰਦਾ। ਮੈਂ ਉਹ ਗੱਲ ਕਰਦਾ ਜਿਹੜੀ ਨਾ ਸਿਰਫ 3 ਕਰੋੜ ਪੰਜਾਬੀਆਂ ਦੀ ਜ਼ਿੰਦਗੀ ਬਦਲ ਸਕੇ, ਬਲਕਿ ਲੋਕਾਂ ਨੂੰ ਖੁਸ਼ਹਾਲ ਕਰ ਸਕੇ, ਇਕਨੋਮਿਕ ਪ੍ਰੋਸਪੈਰਿਟੀ ਲਿਆ ਸਕੇ, ਇੱਜ਼ਤ ਦੀ ਰੋਟੀ ਦੇ ਸਕੇ, ਇੱਕ ਨੂੰ ਨਹੀਂ ਕਈਆਂ ਨੂੰ। ਔਰ ਮੈਂ ਉਸ ਗੱਲ ਨੂੰ ਅੱਜ ਅੱਗੇ ਵਧਾਉਣ ਲੱਗਿਆ। ਸ਼ਾਇਰ ਹਾਂ, ਕੁਝ ਲਿਖਦਾ, ਔਰ ਜਦੋਂ ਲਿਖਦਾ ਤੇ ਚੀਜ਼ ਮਾਇਨੇ ਵਾਲੀ ਹੁੰਦੀ ਹੈ। ਪੌਣੀ ਸਦੀ ਪਹਿਲਾਂ ਵਿਹੜੇ ਵਿੱਚ ਕੱਢ ਲਈਆਂ ਕੰਧਾਂ, 75 ਸਾਲ। ਪੌਣੀ ਸਦੀ ਪਹਿਲਾਂ ਵਿਹੜੇ ਵਿੱਚ ਕੱਢ ਲਈਆਂ ਕੰਧਾਂ, ਚਲੋ ਕੱਢ ਲਈਆਂ, ਹੁਣ ਕੀ ਸਲਾਹਾਂ ਜਾਂ ਮੈਂ ਨਿੰਦਾ। ਚਲੋ ਕੱਢ ਲਈਆਂ, ਹੁਣ ਕੀ ਸਲਾਹਾਂ ਜਾਂ ਮੈਂ ਨਿੰਦਾ। ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ, ਪਰ ਇੱਕ ਗੱਲ ਸੋ ਸਾਫ਼ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇੱਕ ਨਵੀਂ ਉਮੰਗ ਲੈ ਕੇ ਆਇਆ ਤੇ ਵਪਾਰ ਦੀ ਗੱਲ ਕਰਦੇ ਨਜ਼ਰ ਆਏ ਭਾਰਤ ਅਤੇ ਪਾਕਿਸਤਾਨ ਦੇ ਵਿੱਚ। ਅੱਗੇ ਵਧਿਆ ਤੇ ਗੱਲ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਦੀ ਤੇ ਵੱਡੇ ਮੁੱਦੇ ਦੀ। ਸੰਯੁਕਤ ਕਿਸਾਨ ਮੋਰਚੇ ਦੇ ਕੋਰ ਕਮੇਟੀ ਦੀ ਮੀਟਿੰਗ ਖਤਮ ਹੋਈ ਹੈ ਔਰ 29 ਨਵੰਬਰ ਦੇ ਟਰੈਕਟਰ ਮਾਰਚ ਤੇ ਅੜੇ ਹੋਏ ਨੇ ਕਿਸਾਨ। ਉਹਨਾਂ ਦਾ ਕਹਿਣਾ ਕਿ ਬੇਸ਼ੱਕ ਕਿਸਾਨਾਂ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਪੀਐਮ ਨਰਿੰਦਰ ਮੋਦੀ ਨੇ ਐਲਾਨ ਕਰ ਦਿੱਤਾ, ਪਰ ਜਿਹੜੇ ਪ੍ਰੋਗਰਾਮ ਨੇ ਸਾਡੇ ਜਦੋਂ ਤੱਕ ਇਸ ਨੂੰ ਕਾਨੂੰਨੀ ਰੂਪ ਦੇ ਵਿੱਚ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਾਡੇ ਪ੍ਰੋਗਰਾਮ ਜਿਹੜੇ ਨੇ ਉਹ ਜਿਉਂ ਦੇ ਤਿਉਂ ਰਹਿਣਗੇ। नहीं, देखिए, तो सरकार की जिम्मेदारी, इंस्टीट्यूशन है, वो देश चलाना है। उनको ऐसे वन साइडेड अनाउंसमेंट करके कोई मसले थोड़ी हल होते हैं। बैठ के कुछ निगोशिएशन हो, बातचीत हो, जितने भी सब मुद्दे हैं उस पर पॉइंट वाइज बातचीत हो, एग्रीमेंट हो। ठीक है, उन्होंने अच्छा किया, 3 कानून वापस ले लिए, रिपील करने का अनाउंसमेंट कर दिया। वो भी हमारे सब लोगों का ये है कि वो देखेंगे पार्लियामेंट सेशन में, अगर उसके ऊपर आएगा, उससे पहले बाकी डिमांड्स के ऊपर कोई बातचीत होती है, वो तमाम चीज़ों के ऊपर कैसे हमारा रेजोल्यूशन होता है, तब तक जब तक हमारी सैटिस्फैक्शन नहीं होगी अंदोलन जारी रहेगा। ਦਸ਼ਮੇਸ਼ ਸਾਹਿਬ, ਜਿਸ ਵਕਤ ਗੱਲ ਕਰਦੇ ਹਾਂ ਅਸੀਂ ਕਿ ਪਹਿਲਾਂ ਜਿਸ ਵਕਤ ਲਾਗੂ ਕਰਨੇ ਸੀਗੇ ਕਾਨੂੰਨ, ਤਦ ਵੀ ਇਦਾਂ ਹੀ ਅਨਾਉਂਸ ਕੀਤਾ ਗਿਆ ਸੀ। ਹੁਣ ਜਿਸ ਹਟਾਏ ਗਏ ਨੇ ਤਦ ਵੀ ਇਦਾਂ ਹੀ ਅਨਾਉਂਸ ਕੀਤਾ ਗਿਆ ਆ। ਕਿਤੇ ਨਾ ਕਿਤੇ ਡਿਕਟੇਟਰਸ਼ਿਪ ਨਹੀਂ ਲੱਗਦੀ? ਨਹੀਂ, ਇਹ ਸਰਕਾਰ ਦੇ ਅੰਦਰ ਫੈਸਲੇ ਇਸ ਤਰੀਕੇ ਨਾਲ ਅਨਾਉਂਸ ਹੁੰਦੇ ਨੇ, ਚਾਹੇ ਡੀਮੋਨੇਟਾਈਜੇਸ਼ਨ ਦਾ ਸੀ, ਚਾਹੇ ਹੋਰ ਨੇ, ਮਤਲਬ ਕਿ ਇੰਡੀਵਿਜੂਅਲਸ ਅਨਾਉਂਸ ਕਰਦੇ ਨੇ। ਇਸੇ ਕਰਕੇ ਹੀ ਅਗਰ ਇਹ ਪ੍ਰੋਪਰਲੀ ਇੱਕ ਤਰੀਕੇ ਨਾਲ ਡਿਸਕਸ਼ਨ ਕਰਨ ਤੋਂ ਬਾਅਦ ਹੋਇਆ ਕਰਨ, ਜਿਨ੍ਹਾਂ ਦੇ ਮਸਲੇ ਨੇ ਉਹਨਾਂ ਨਾਲ ਡਿਸਕਸ਼ਨ ਕਰਕੇ ਹੁਣ ਕਿਸਾਨਾਂ ਨਾਲ, ਤਾਂ ਇਹ ਮਸਲਿਆਂ ਦੇ ਪ੍ਰੋਪਰ ਹੱਲ ਹੋ ਸਕਦੇ ਨੇ। कपिल जी, अभी आपकी कोर कमेटी की मीटिंग खत्म हुई है, क्या इसका निष्कर्ष निकाला जाए? क्या क्या मुद्दों पे सहमति बनी है, आगे का क्या रोडमैप होगा? देखिए, जो प्रधानमंत्री ने घोषणा की है अचानक, वो एक प्रक्रिया होती है, वो उनका विषय है, उसका हम धन्यवाद देते हैं। पर हमारी मेजर मांग 2 थी। एक मांग पर घोषणा हो चुकी है, जो रिपील होना है, जिन्होंने कहा कि पार्लियामेंट के शीतकालीन सत्र में हम इसको रिपील करेंगे। दूसरी मांग पर अभी तक कोई विशेष सरकार की पहल नहीं है। एमएसपी पर गारंटी का कानून, इस पर 5 राउंड चर्चा केंद्रीय मंत्रियों के साथ पहले हो चुकी थी, वो उसको टालते रहे।
अमित शाह जी ने ये कहा कि 16 लाख करोड़ का हम पर अतिरिक्त बोझ पड़ेगा अगर हम ये एमएसपी पे गारंटी कानून बनाते हैं तो हमने कहा कि नहीं पड़ेगा, क्योंकि जो आप हमसे उपज खरीदेंगे उसको बाजार में बेचेंगे तो 1 लाख से 1.5 लाख का अतिरिक्त बोझ पड़ सकता है। अभी पूरे देश का 6% किसान केवल एमएसपी का लाभ लेता है। पूरे देश के किसानों को इसका लाभ मिले तो इसका कड़ाई का कानून बने कि एमएसपी पर नीचे कोई व्यापारी अगर किसान की फसल खरीदता है या सरकार खरीदती है तो दंडात्मक कार्यवाही हो। ये मांग हमारी मेजर है। उसके बाद जब टेबल टॉक होगी, क्योंकि 12 महीने दिल्ली में हो रहे हैं, 2.5 महीने पंजाब में, 14.5 महीने का आंदोलन है, इतने आसानी से नहीं उठाया जा सकता। आंदोलन पूरा जारी रहेगा और टेबल टॉक जब होगी तो उस पर यह है कि 700 किसान। सबसे बड़ी बात तो मुझे ये लगी कि प्रधानमंत्री इस देश के, दुनिया का सबसे बड़ा लोकतंत्र है हमारा देश, और इस गौरवशाली देश के प्रधानमंत्री को ये बात समझने में 14 महीने लग गए। तो अब हमारे लिए चिंता का विषय है कि प्रधानमंत्री कहते हैं कि हम समझा नहीं पाए, तो प्रधानमंत्री खुद समझ नहीं पाए या उनका फेल्यूर है उसको स्वीकार कर रहे हैं। तो हमारा केवल ये है कि जब तक कानून रिपील नहीं होंगे, एमएसपी पर गारंटी का कानून के लिए सरकार नहीं बनाएगी और बाकी बातें टेबल टॉक पर जो होना है वो होंगी। बहुत आसान नहीं है आंदोलन को वापस लेना, क्योंकि आंदोलन बहुत लंबा, विश्व का सबसे बड़ा ऐतिहासिक आंदोलन है जिसमें सबसे अधिक शहादत हुई है। ਸੋ ਸੰਯੁਕਤ ਕਿਸਾਨ ਮੋਰਚੇ ਦੀ ਕੋਰ ਕਮੇਟੀ ਦੀ ਮੀਟਿੰਗ ਖਤਮ ਹੋਈ, ਜਿਸ ਤੋਂ ਬਾਅਦ ਸਾਫ਼ ਤੌਰ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਇੰਨੀ ਆਸਾਨੀ ਦੇ ਨਾਲ ਇਸ ਅੰਦੋਲਨ ਨੂੰ ਵਾਪਸ ਨਹੀਂ ਲੈ ਸਕਦੇ, ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਮੰਗਾਂ ਨੇ ਜੋ ਅਜੇ ਵੀ ਪੈਂਡਿੰਗ ਨੇ। ਜੇਕਰ ਬਿਜਲੀ ਸਬਸਿਡੀ ਬਿੱਲ ਦੀ ਗੱਲ ਕੀਤੀ ਜਾਵੇ, ਉਸ ਮਸਲੇ ਦੀ ਗੱਲ ਕਰੀਏ ਜਾਂ ਐਮਐਸਪੀ ਦੇ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਨੇ ਕਿਸਾਨ, ਔਰ ਲੰਬੇ ਸਮੇਂ ਤੋਂ ਜਦੋਂ 12 ਦੌਰ ਦੀ ਮੀਟਿੰਗ ਵੀ ਹੋਈ ਸੀ ਤਾਂ ਉਸ ਦੇ ਵਿੱਚ ਵੀ ਇਹ ਮੁੱਦਾ ਰੱਖਿਆ ਗਿਆ ਸੀ। ਸੋ ਇਹ ਸਾਰੇ ਮੁੱਦੇ ਅਜੇ ਪੈਂਡਿੰਗ ਨੇ ਔਰ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਅੰਦੋਲਨ ਨੂੰ ਜਾਰੀ ਰੱਖਣ ਦੇ ਨਾਲ ਨਾਲ ਜਿਹੜੇ ਪ੍ਰੋਗਰਾਮ ਉਲੀਕੇ ਗਏ ਨੇ, ਯਾਨੀ ਕਿ 26 ਨਵੰਬਰ ਨੂੰ ਪੂਰਾ 1 ਸਾਲ ਹੋਏਗਾ ਦਿੱਲੀ ਦੇ ਵਿੱਚ ਸੰਘਰਸ਼ ਸ਼ੁਰੂ ਹੋਏ ਨੇ। ਸੋ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਪ੍ਰੋਗਰਾਮ ਨੇ ਉਹ ਵੀ ਜਿਉਂਦੇ ਤਿਉਂ ਰਹਿਣਗੇ। कोई हमारे साथ खुद किसान नेता युद्धवीर सिंह जी हैं। सिर्फ सबसे पहले बैठक हुई, बैठक में क्या निर्णय लिया गया और आगे क्या कुछ रणनीति बनाई गई है, क्या रहने वाला है? फिलहाल बैठक में जो चर्चा का मुख्य मुद्दा था, जो हमारे तय कार्यक्रम है, उनके बारे में ओपिनियन सबकी ली गई और एक मत से सबका ये निर्णय है कि जो तय कार्यक्रम है वो उसी हिसाब से जारी रहेंगे। 22 में लखनऊ मीटिंग होगी, 26 में मोर्चों पे भीड़ जुटेगी और 29 तारीख को दिल्ली के लिए मार्च किया जाएगा। वो सबकी आम सहमति से निर्णय लिया गया। देखते हैं सरकार पार्लियामेंट में क्या करती है क्या नहीं करती है, वो तो होने के बाद पता चलेगा। ये तो अब टेलीविज़न की घोषणा है, बहुत घोषणाएं होती हैं टेलीविज़नों पर।